ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਹਾਂਜੀ, ਜਿਵੇਂ ਤੁਹਾਨੂੰ ਪਤਾ ਹੈ ਆਪਾਂ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਸੀਟੈਟ ਦਾ ਐਗਜ਼ਾਮ ਹੋ, ਪੀਟੈਟ ਦਾ ਐਗਜ਼ਾਮ ਹੋ, ਈਟੀਟੀ ਕੈਡਰ ਦੇ ਲਈ। ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਹਾਂਜੀ, ਅੱਜ ਆਪਾਂ ਨੈਕਸਟ MCQ ਕਲਾਸ ਲਗਾਵਾਂਗੇ। ਆਈ ਥਿੰਕ ਇਹ 4th ਕਲਾਸ ਹੈ ਆਪਣੀ, ਜਿਸ ਦੇ ਵਿੱਚ ਆਪਾਂ ਕੁਐਸਚਨਸ ਨੂੰ ਡਿਸਕਸ ਕਰਾਂਗੇ। ਹਰ ਵਾਰ ਦੀ ਤਰ੍ਹਾਂ ਤੁਸੀਂ ਪਹਿਲਾਂ ਖੁਦ ਸੋਲਵ ਕਰਨੇ ਆ MCQ, ਦੈਨ ਉਹਨਾਂ ਦੇ ਆਨਸਰਸ ਚੈੱਕ ਕਰਨੇ ਆ ਸੋ ਦੈਟ ਤੁਹਾਨੂੰ ਵੀ ਪਤਾ ਲੱਗੇ ਤੁਹਾਨੂੰ ਕਿੰਨੇ ਹੀ ਕਨਸੈਪਟਸ ਤੁਹਾਡੇ ਕਲੀਅਰ ਹੈ ਜੀ। ਤਾਂ ਸਟਾਰਟ ਕਰਦੇ ਆਪਣੇ ਫਸਟ MCQ ਤੋਂ। ਹਾਂਜੀ, ਫਸਟ MCQ ਹੈ ਆਪਣੇ ਕੋਲ, ਹੂ ਡਿਸਕਵਰ ਦਾ ਫਿਨੋਮੀਨਾ ਆਫ ਰੇਡੀਓ ਐਕਟੀਵਿਟੀ। ਕਹਿੰਦੇ ਰੇਡੀਓ ਐਕਟੀਵਿਟੀ ਕਿੰਨਾ ਨੇ ਡਿਸਕਵਰ ਕੀਤੀ ਸੀ। ਆਪਸ਼ਨ ਹੈ ਮੈਰੀ ਕਿਊਰੀ, ਪੀਟਰ ਕਿਊਰੀ, ਐਂਡ ਸੀ ਆਪਸ਼ਨ ਹੈ ਬੋਥ A ਐਂਡ B, ਐਂਡ D ਹੈ ਹੈਨਰੀ। ਕਲੀਅਰ। ਦੇਖੋ, ਅਗਰ ਆਪਾਂ ਇਹਨਾਂ ਦੀ ਗੱਲ ਕਰੀਏ, ਜੋ ਰੇਡੀਓ ਐਕਟੀਵਿਟੀ ਹੈ ਇਹ ਨਾ ਸਭ ਤੋਂ ਪਹਿਲਾਂ, ਦੇਖੋ ਜਦੋਂ ਆਪਾਂ ਨੂੰ ਫਸਟ ਸੈਕਿੰਡ ਕੁਛ ਵੀ ਨਾ ਦਿੱਤਾ ਹੋਵੇ ਫਿਰ ਆਪਾਂ ਸਭ ਤੋਂ ਪਹਿਲਾਂ ਵਾਲਾ ਲਿਖਾਂਗੇ। ਤਾਂ 1896 ਦੇ ਵਿੱਚ 1896 ਦੇ ਵਿੱਚ ਹੈਨਰੀ ਨੇ ਡਿਸਕਵਰ ਕੀਤਾ ਸੀ। ਕਲੀਅਰ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ, ਆਪਸ਼ਨ ਡੀ। ਦੇਖੋ, ਜੋ ਆਪਸ਼ਨ A ਐਂਡ B ਹੈ ਮਤਲਬ ਮੈਰੀ ਕਿਊਰੀ ਹੈ ਐਂਡ ਪੈਰੀਅਰ ਕਿਊਰੀ ਹੈ, ਇਹ ਕੀ ਹੈ, ਦੋਨੋਂ ਹਸਬੈਂਡ ਵਾਈਫ ਸੀ। ਇਹਨਾਂ ਨੇ ਵੀ ਜਦੋਂ ਹਾਫ ਰੇਡੀਓ ਐਕਟੀਵਿਟੀ ਦੀ ਡਿਸਕਵਰੀ ਹੋ ਚੁੱਕੀ ਸੀ ਉਸ ਤੋਂ ਬਾਅਦ ਇਹਨਾਂ ਨੇ ਕੰਮ ਕੀਤਾ ਸੀ। ਇਸ ਲਈ ਕਨਫਿਊਜ਼ ਕਰਨ ਲਈ ਇਹ ਦੋਨੋਂ ਆਪਸ਼ਨਸ ਵੀ ਐਡ ਕਰ ਦਿੱਤੇ ਗਏ। ਇਹਨਾਂ ਨੇ ਕਿਸ ਦੀ ਡਿਸਕਵਰੀ ਕੀਤੀ ਸੀ? ਇੱਕ ਤਾਂ ਰੇਡੀਅਮ ਦੀ ਡਿਸਕਵਰੀ ਕੀਤੀ ਸੀ, ਐਂਡ ਸੈਕਿੰਡ ਪਲੋਨੀਅਮ ਦੀ, ਆਈ ਥਿੰਕ। ਕਲੀਅਰ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਕੁਐਸਚਨ ਦੀ। ਸੈਕਿੰਡ ਵਨ ਹੈ ਆਪਣੇ ਕੋਲ, ਵਿਚ ਆਫ ਦਾ ਫੋਲੋਇੰਗ ਹੈਵ ਮਿਨੀਮਮ ਪੈਨੀਟ੍ਰੇਸ਼ਨ ਪਾਵਰ। ਕਹਿੰਦੇ ਮਿਨੀਮਮ ਸਭ ਤੋਂ ਘੱਟ ਪੈਨੀਟ੍ਰੇਸ਼ਨ ਪਾਵਰ ਕਿਸ ਦੀ ਹੁੰਦੀ ਹੈ। ਦੇਖੋ, ਆਪਣੇ ਕੋਲ 3 ਰੇਜ਼ ਹੁੰਦੀਆਂ, ਅਲਫਾ, ਬੀਟਾ ਐਂਡ ਗਾਮਾ। ਅਗਰ ਇਹਨਾਂ ਦੇ ਵਿੱਚ ਗੱਲ ਕਰੀਏ, ਅਲਫਾ ਦੀ ਸਭ ਤੋਂ ਲੀਸਟ ਪੈਨੀਟ੍ਰੇਸ਼ਨ ਪਾਵਰ ਹੁੰਦੀ ਹੈ, ਸਭ ਤੋਂ ਘੱਟ ਕਿਸ ਦੀ ਹੁੰਦੀ ਹੈ, ਅਲਫਾ ਦੀ। ਬੀਟਾ ਦੀ 100 ਟਾਈਮਸ ਜ਼ਿਆਦਾ ਹੁੰਦੀ ਹੈ ਕਿਸ ਤੋਂ, ਅਲਫਾ ਨਾਲੋਂ। ਐਂਡ ਗਾਮਾ ਦੀ ਸਭ ਤੋਂ ਜ਼ਿਆਦਾ ਮੋਸਟ ਪੈਨੀਟ੍ਰੇਟਿੰਗ ਪਾਵਰ ਕਿਸ ਦੀ ਹੁੰਦੀ ਹੈ, ਗਾਮਾ ਦੀ। ਤਿੰਨੇ ਕਲੀਅਰ। ਹੁਣ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ, ਅਲਫਾ, ਬੀਟਾ, ਗਾਮਾ ਐਂਡ ਐਕਸ ਰੇਜ਼। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ, ਆਪਸ਼ਨ A ਅਲਫਾ ਰੇਜ਼, ਜਿਸ ਦੀ ਕੀ ਹੁੰਦੀ ਹੈ, ਮਿਨੀਮਮ ਪੈਨੀਟ੍ਰੇਸ਼ਨ ਪਾਵਰ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਕੁਐਸਚਨ ਦੀ, ਵਿਚ ਹੈਵ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਿਮਿਲਰ ਟੂ ਕੈਲਸ਼ੀਅਮ। ਕਹਿੰਦੇ ਇਹਨਾਂ ਦੇ ਵਿੱਚੋਂ ਕਿਸ ਦੀ ਜੋ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਉਹ ਸਿਮਿਲਰ ਹੈ ਕੈਲਸ਼ੀਅਮ ਦੀ। ਦੇਖੋ, ਕੈਲਸ਼ੀਅਮ ਦਾ ਅਟੋਮਿਕ ਨੰਬਰ ਕਿੰਨਾ ਆਪਣੇ ਕੋਲ, 20। ਅਗਰ ਕੌਨਫੀਗਰੇਸ਼ਨ ਦੀ ਗੱਲ ਕੀਤੀ ਜਾਵੇ ਕਿਸ ਤਰੀਕੇ ਨਾਲ ਲਿਖਾਂਗੇ, 2 8 2, ਮਤਲਬ ਆਊਟਰ ਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ ਆਪਣੇ ਕੋਲ, 2। ਕਲੀਅਰ। ਤਾਂ ਹੁਣ ਜਿਸ ਦੇ ਵੀ ਇਲੈਕਟ੍ਰੋਨ ਆਊਟਰ ਮੋਸਟ ਸ਼ੈਲ ਦੇ ਵਿੱਚ 2 ਹੋਣਗੇ ਉਸ ਦੀ ਕੌਨਫੀਗਰੇਸ਼ਨ ਕਿਸ ਦੇ ਨਾਲ ਸੇਮ ਹੋ ਜੂਗੀ, ਫਿਰ ਕੈਲਸ਼ੀਅਮ ਦੇ ਨਾਲ ਸੇਮ ਹੋ ਜੂਗੀ। ਆਪਸ਼ਨ ਦੇ ਵਿੱਚ ਕੀ ਹੈ, ਮੈਗਨੀਸ਼ੀਅਮ, ਜਿਸ ਦਾ ਅਟੋਮਿਕ ਨੰਬਰ ਕਿੰਨਾ, 12। ਤਾਂ ਇਸ ਦੀ ਕੌਨਫੀਗਰੇਸ਼ਨ ਕੀ ਬਣੀ, 2 8 10 ਐਂਡ 2 12। ਸੋਰੀ, ਇਹ ਤਾਂ ਵੇਟ ਕਰੋ, 2 8, ਇੱਥੇ 8 ਆਊਗਾ, ਵੇਟ ਜਸਟ ਅ ਸੈਕਿੰਡ। ਹਾਂਜੀ, ਇਹਨੂੰ ਥੋੜ੍ਹਾ ਜਿਹਾ ਠੀਕ ਕਰ ਲੈਂਦੇ ਹਾਂ। 2 8 8 10, ਦੈਨ ਕੀ ਆ ਗਿਆ 8 18, ਦੈਨ ਕੀ ਆ ਗਿਆ 2। ਠੀਕ ਹੈ, ਹੁਣ ਕਲੀਅਰ ਹੋ ਗਿਆ। ਕਿੰਨੇ ਬਣ ਗਏ, 2 ਔਰ 8 10, ਦੈਨ 8 18, ਦੈਨ 2 20। ਇਹ 2 ਕੀ ਆ ਗਿਆ, ਲਾਸਟ ਔਰਬਿਟਲ 'ਚ ਆ ਗਏ। ਨੈਕਸਟ ਸਿਮਿਲਰਲੀ ਮੈਗਨੀਸ਼ੀਅਮ ਦੀ ਗੱਲ ਕਰੀਏ, ਇਸ ਦੇ ਵਿੱਚ ਵੀ 2 ਆਊਟਰ ਮੋਸਟ ਸ਼ੈਲ ਦੇ ਵਿੱਚ ਹੈ। ਹੋਰ ਆਪਾਂ ਨੂੰ ਬ੍ਰੇਲੀਅਮ ਦਿੱਤਾ ਹੋਇਆ ਸੀ, ਅਟੋਮਿਕ ਨੰਬਰ 4, ਕੌਨਫੀਗਰੇਸ਼ਨ ਕੀ ਬਣੂਗੀ, 2 2। ਤਾਂ ਇਸ ਦੇ ਵਿੱਚ ਵੀ ਕੀ ਹੈ, ਲਾਸਟ ਜੋ ਆਪਣੇ ਕੋਲ ਗੱਲ ਕਰੀਏ ਸ਼ੈਲ ਦੇ ਵਿੱਚ, ਆਊਟਰ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, 4। ਇਸ ਦਾ ਮਤਲਬ ਇਹ ਸਾਰੇ ਕਿਸ ਦੇ ਨੇ, ਐਲਕਲਾਈਨ ਅਰਥ ਮੈਟਲ ਦੇ ਕੀ ਨੇ, ਆਪਣੇ ਕੋਲ ਐਲੀਮੈਂਟਸ ਨੇ। ਕਲੀਅਰ। ਤਾਂ ਇਹਨਾਂ ਤਿੰਨਾਂ ਦੀ ਕੀ ਹੋਗੀ, ਕੌਨਫੀਗਰੇਸ਼ਨ ਸੇਮ ਹੋਗੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ, ਬੋਥ A ਐਂਡ B, C ਇਜ਼ ਰਾਈਟ ਆਨਸਰ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 4th ਕੁਐਸਚਨ ਦੀ। 4th ਕੁਐਸਚਨ ਕੀ ਹੈ, ਪਾਰਟੀਕਲਸ ਆਫ ਅਲਫਾ ਰੇਜ਼ ਆਰ ਮੇਡ ਅਪ ਆਫ। ਕਹਿੰਦੇ ਜੋ ਅਲਫਾ ਰੇਜ਼ ਨੇ ਉਹ ਕਿਸ ਤੋਂ ਬਣਦੀਆਂ ਨੇ। ਦੇਖੋ, ਜੋ ਅਲਫਾ ਰੇਜ਼ ਨੇ ਇਹਦੇ ਵਿੱਚ 2 ਪ੍ਰੋਟੋਨ ਹੁੰਦੇ ਆ ਐਂਡ 2 ਹੀ ਨਿਊਟਰੋਨ ਹੁੰਦੇ ਆ। ਕਲੀਅਰ। ਹੁਣ ਆਪਾਂ ਨੂੰ ਮਾਸ ਨੰਬਰ ਕਿਸ ਤੋਂ ਪਤਾ ਲੱਗਦਾ, ਪ੍ਰੋਟੋਨ ਅਤੇ ਨਿਊਟਰੋਨਸ ਦਾ ਸਮ ਕਰਕੇ, ਮਤਲਬ ਮਾਸ ਨੰਬਰ ਕਿੰਨਾ ਹੋਊਗਾ ਉਸਦਾ, 4 ਹੋਊਗਾ।
ਤਾਂ ਇਸ ਦਾ ਮਤਲਬ ਕੱਲੇ ਨਿਊਟਰੋਨਸ ਤੋਂ ਨਹੀਂ ਬਣਦੀ, ਕੱਲੇ ਪ੍ਰੋਟੋਨਸ ਤੋਂ ਵੀ ਨਹੀਂ ਬਣਦੀ, ਕੱਲੇ ਇਲੈਕਟ੍ਰੋਨਸ ਤੋਂ ਵੀ ਨਹੀਂ ਬਣਦੀ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ? ਹੀਲੀਅਮ ਨਿਊਕਲੀਆਈ। ਇਸ ਲਈ ਇਸ ਕੁਐਸਚਨ ਦਾ ਰਾਈਟ ਆਂਸਰ ਆਪਸ਼ਨ ਸੀ ਹੋ ਗਿਆ, ਕਿਉਂਕਿ ਹੀਲੀਅਮ ਨਿਊਕਲੀਆਈ ਦੇ ਵਿੱਚ ਵੀ 2 ਪ੍ਰੋਟੋਨ ਹੁੰਦੇ ਨੇ, 2 ਨਿਊਟਰੋਨ ਹੁੰਦੇ ਆ। ਕਲੀਅਰ? ਉਮੀਦ ਹੈ ਸਮਝ ਆ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ 5th ਕੁਐਸਚਨ ਦੀ। 5th ਵਨ ਹੈ ਇਲੈਕਟ੍ਰੋਨਸ ਇਨ ਐਨ ਐਟਮ ਆਰ ਪ੍ਰੈਜੈਂਟ ਇਨ। ਇਲੈਕਟ੍ਰੋਨਸ ਕਿੱਥੇ ਪ੍ਰੈਜੈਂਟ ਹੁੰਦੇ ਆ ਕਿਸੇ ਵੀ ਐਟਮ ਦੇ? ਨਿਊਕਲੀਅਸ, ਐਕਸਟਰਾ ਨਿਊਕਲੀਅਰ ਪਾਰਟ ਦੇ ਵਿੱਚ, ਬੋਥ A ਐਂਡ B ਜਾਂ ਨਨ ਆਫ ਦੀਜ਼। ਤਾਂ ਦੇਖੋ ਜੋ ਇਲੈਕਟ੍ਰੋਨਸ ਹੈ ਨਿਊਕਲੀਅਸ ਦੇ ਵਿੱਚ ਤਾਂ ਸਿਰਫ ਪ੍ਰੋਟੋਨ ਦੇ ਨਿਊਟਰੋਨ ਹੁੰਦੇ ਆ, ਕੈਂਸਲ ਹੋ ਗਏ। ਹਾਂਜੀ, ਤਾਂ ਐਕਸਟਰਾ ਨਿਊਕਲੀਅਰ ਪਾਰਟ ਦੇ ਵਿੱਚ ਹੁੰਦੇ ਕਿਉਂਕਿ ਆਊਟਰ ਸ਼ੈਲ ਦੇ ਵਿੱਚ ਹੁੰਦੇ ਆ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਆਪਸ਼ਨ B ਆ ਗਿਆ, C ਕੈਂਸਲ ਹੋ ਜੂ ਕਿਉਂਕਿ ਬੋਥ A ਐਂਡ B ਤਾਂ ਇਨਕਰੈਕਟ ਹੈ। ਕਲੀਅਰ ਹੈ? ਨੈਕਸਟ ਆਪਾਂ ਗੱਲ ਕਰਾਂਗੇ 6th ਕੁਐਸਚਨ ਦੀ। 6th ਵਨ ਹੈ ਵੈਲੋਸਿਟੀ ਆਫ ਗਾਮਾ ਰੇਜ਼ ਇਜ਼ ਸੇਮ ਐਜ਼ ਦੈਟ ਆਫ। ਕਹਿੰਦੇ ਜੋ ਗਾਮਾ ਰੇ ਦੀ ਵੈਲੋਸਿਟੀ ਹੈ ਉਹ ਕਿਸ ਦੇ ਨਾਲ ਸੇਮ ਹੈ? ਬੀਟਾ ਰੇਜ਼ ਨਾਲ, ਅਲਫਾ ਰੇਜ਼ ਨਾਲ, ਲਾਈਟ ਨਾਲ ਜਾਂ ਨਨ ਆਫ ਦੀਜ਼। ਦੇਖੋ ਬੀਟਾ ਤੇ ਅਲਫਾ ਰੇਜ਼ ਇਹ ਤਾਂ ਅਲੱਗ-ਅਲੱਗ ਚੀਜ਼ਾਂ ਨੇ, ਤਾਂ ਇਹਨਾਂ ਦੀਆਂ ਜੋ ਵੈਲੋਸਿਟੀਜ਼ ਨੇ ਉਹ ਵੀ ਅਲੱਗ ਹੁੰਦੀਆਂ। ਅਗਰ ਆਪਾਂ ਗੱਲ ਕਰੀਏ ਗਾਮਾ ਰੇਜ਼ ਦੀ ਵੈਲੋਸਿਟੀ ਆਪਸ਼ਨ ਸੀ ਲਾਈਟ ਨਾਲ ਸੇਮ ਹੁੰਦੀ ਹੈ। ਕਿੰਨੀ ਹੁੰਦੀ ਹੈ ਆਪਣੇ ਕੋਲ? 3 × 10⁸ ਮੀਟਰ ਪਰ ਸੈਕਿੰਡ। ਤਾਂ ਇਸ ਲਈ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆ ਗਿਆ? ਆਪਸ਼ਨ ਸੀ। ਕਲੀਅਰ? ਉਮੀਦ ਹੈ 6 ਕੁਐਸਚਨ ਤੁਹਾਨੂੰ ਕਲੀਅਰ ਹੋ ਚੁੱਕੇ ਹੋਣੇ ਆ। ਨੈਕਸਟ ਆਪਾਂ ਗੱਲ ਕਰਾਂਗੇ 7th ਕੁਐਸਚਨ ਦੀ। ਹਾਂਜੀ, 7th ਕੁਐਸਚਨ ਦੇਖੋ ਆਪਾਂ ਨੂੰ ਕੀ ਦਿੱਤੇ ਹੋਏ ਹੈ? 2 ਕੀ ਦਿੱਤੇ ਹੋਏ? ਕਾਰਬਨ ਦੀਆਂ ਫੋਰਮਸ ਦਿੱਤੀਆਂ ਹੋਈਆਂ ਨੇ 2 ਡਿਫਰ ਫਰੋਮ ਈਚ ਅਦਰ, ਜੋ ਇੱਕ ਦੂਜੇ ਤੋਂ ਅਲੱਗ ਹੈ। ਤਾਂ ਆਪਾਂ ਨੇ ਦੱਸਣਾ ਕਿਸ ਫੋਰਮ ਦੇ ਵਿੱਚ। ਦੇਖੋ ਕੀ ਹੈ ਆਪਣੇ ਕੋਲ, ਇੱਕ ਤਾਂ ਦਿੱਤਾ ਹੋਇਆ 13C6, ਇੱਕ ਆਪਾਂ ਨੂੰ ਦਿੱਤਾ ਹੋਇਆ 12C6। ਦੇਖੋ ਇਹਨਾਂ ਦੇ ਵਿੱਚ ਅਟੋਮਿਕ ਨੰਬਰ ਸੇਮ ਹੈ, ਮਾਸ ਨੰਬਰ ਕੀ ਹੈ? ਅਲੱਗ। ਇਹਦਾ ਮਤਲਬ ਇਹ ਦੋਨੋਂ ਕੀ ਹੋ ਗਏ? ਆਈਸੋਬਾਰਸ। ਆਈਸੋਬਾਰਸ ਹੋ ਗਏ। ਹੁਣ ਇਹਦੇ ਵਿੱਚ ਅਗਰ ਮੈਂ ਗੱਲ ਕਰਾਂ ਜੇ 6 ਸੇਮ ਹੈ ਇਹਦਾ ਮਤਲਬ ਇਲੈਕਟ੍ਰੋਨ ਐਂਡ ਪ੍ਰੋਟੋਨ ਦੋਨੋਂ ਸੇਮ ਨੇ, 6 ਨੇ। ਫਰਕ ਕਿਹਦੇ ਵਿੱਚ ਆਇਆ ਹੋਇਆ? ਨਿਊਟਰੋਨ ਦੇ ਵਿੱਚ, ਕਿਉਂਕਿ ਜਦੋਂ ਆਪਾਂ ਨਿਊਟਰੋਨ ਅਲੱਗ-ਅਲੱਗ ਐਡ ਕਰਾਂਗੇ ਤਾਂ ਹੀ ਆਪਣੇ ਕੋਲ ਮਾਸ ਨੰਬਰ ਚੇਂਜ ਹੋਊਗਾ, ਕਿਉਂਕਿ ਮਾਸ ਨੰਬਰ ਕੀ ਹੁੰਦਾ? ਪ੍ਰੋਟੋਨ ਪਲੱਸ ਨਿਊਟਰੋਨ। ਤਾਂ ਇਸ ਦਾ ਮਤਲਬ ਕੀ ਹੈ? ਇਸ ਕੁਐਸਚਨ ਦਾ ਰਾਈਟ ਆਂਸਰ ਕੀ ਬਣੂ? ਨਿਊਟਰੋਨ, ਕਿਉਂਕਿ ਨਿਊਟਰੋਨ ਅਲੱਗ ਹੋ ਗਏ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਆਪਸ਼ਨ ਸੀ ਹੋ ਗਿਆ। ਉਮੀਦ ਹੈ ਸਮਝ ਆ ਚੁੱਕੀ ਹੈ। ਨੈਕਸਟ ਕੀ ਹੈ 8th ਕੁਐਸਚਨ ਕੀ ਹੈ ਆਪਣੇ ਕੋਲ? ਕਹਿੰਦੇ ਨਿਓਨ, ਸੋਡੀਅਮ ਦਾ ਆਇਨ ਐਂਡ ਫਲੋਰੀਨ ਦਾ ਆਇਨ ਹੈਵ ਸੇਮ। ਇਹਨਾਂ ਕੋਲ ਕੀ ਸੇਮ ਹੈ? ਦੇਖੋ ਅਗਰ ਮੈਂ ਗੱਲ ਕਰਾਂ ਨਿਓਨ ਦੀ, ਨਿਓਨ ਦਾ ਅਟੋਮਿਕ ਨੰਬਰ ਕੀ ਹੁੰਦਾ ਹੈ? 10। ਕਲੀਅਰ ਹੈ? ਹੁਣ ਅਗਰ ਆਪਾਂ ਗੱਲ ਕਰੀਏ ਕੌਨਫੀਗਰੇਸ਼ਨ ਕੀ ਬਣੀ? 2 8। ਇੰਨੀ ਕੁ ਚੀਜ਼ ਸਮਝ ਆਈ। ਸੋਡੀਅਮ ਦੀ ਗੱਲ ਕਰਾਂ Na ਪੋਜ਼ੀਟਿਵ ਮਤਲਬ 1 ਇਲੈਕਟ੍ਰੋਨ ਲੂਜ਼ ਕੀਤਾ ਹੋਇਆ, ਵੈਸੇ ਅਟੋਮਿਕ ਨੰਬਰ 11 ਬਟ 1 ਇਲੈਕਟ੍ਰੋਨ ਲੂਜ਼ ਕਰਕੇ ਕਿੰਨਾ ਬਣ ਗਿਆ? 10। ਕੌਨਫੀਗਰੇਸ਼ਨ ਫੇਰ ਸੇਮ 2 8। ਨੈਕਸਟ ਕੀ ਆ? ਫਲੋਰੀਨ ਨੈਗੇਟਿਵ। ਫਲੋਰੀਨ ਦਾ ਅਟੋਮਿਕ ਨੰਬਰ 9 ਬਟ ਇੱਕ ਗੇਨ ਕੀਤਾ ਹੋਇਆ ਤਾਂ ਕਿੰਨਾ ਬਣ ਗਿਆ? 10। ਕੌਨਫੀਗਰੇਸ਼ਨ ਫੇਰ ਸੇਮ ਆ ਗਈ। ਤਾਂ ਇਹਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਮਾਸ ਨੰਬਰ ਤਾਂ ਸੇਮ ਹੋਇਆ ਹੀ ਨਹੀਂ, ਮਾਸ ਨੰਬਰ ਤਾਂ ਸੇਮ ਹੋਇਆ ਨਹੀਂ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਕੀ ਸੇਮ ਹੋਇਆ ਆਪਾਂ ਨੇ ਉਹ ਦੱਸਣਾ। ਇਹਦੇ ਵਿੱਚ ਕੀ ਸੇਮ ਹੋ ਰਹੇ ਨੇ ਆਪਣੇ ਕੋਲ? ਨੰਬਰ ਆਫ ਇਲੈਕਟ੍ਰੋਨਸ ਸੇਮ ਹੋ ਰਹੇ ਆ। ਠੀਕ ਹੈ ਜੀ, ਤਾਂ ਆਪਸ਼ਨਸ ਦੇਖ ਲੈਂਦੇ ਹਾਂ ਇਸ ਅਕੋਰਡਿੰਗ ਹੀ। ਵੇਟ, ਹਾਂਜੀ ਮਾਸ ਨੰਬਰ ਅਲੱਗ ਹੈ। ਨੰਬਰ ਆਫ ਨਿਊਕਲੀਅਨ ਕੀ ਹੁੰਦੇ ਨੇ? ਪ੍ਰੋਟੋਨ ਪਲੱਸ ਨਿਊਟਰੋਨ। ਹੁਣ ਜੇ ਮਾਸ ਨੰਬਰ ਅਲੱਗ ਹੈ ਤਾਂ ਇਹ ਵੀ ਕਿਵੇਂ ਸੇਮ ਹੋ ਜਾਣਗੇ? ਇਹ ਵੀ ਗਲਤ ਹੋ ਗਿਆ। ਨੰਬਰ ਆਫ ਇਲੈਕਟ੍ਰੋਨ ਬਿਲਕੁਲ ਸਹੀ ਹੈ। ਇਸ ਕੁਐਸਚਨ ਦਾ ਰਾਈਟ ਆਂਸਰ ਵੀ ਕੀ ਬਣ ਗਿਆ? ਆਪਸ਼ਨ ਸੀ। ਕਲੀਅਰ ਹੈ ਜੀ? ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ 9th ਕੁਐਸਚਨ ਦੀ। 9th ਕੁਐਸਚਨ ਕੀ ਹੈ? ਬੋਹਰਜ਼ ਮੋਡਲ ਵਾਜ਼ ਮੋਡੀਫਾਈਡ ਬਾਈ। ਜੋ ਬੋਹਰ ਨੇ ਮੋਡਲ ਦਿੱਤਾ ਸੀ ਉਹ ਕਿਸ ਚੀਜ਼ ਨੂੰ ਮਤਲਬ ਉਸਨੂੰ ਕਿਸ ਨੇ ਮੋਡੀਫਾਈਡ ਕੀਤਾ ਸੀ? ਕਿਹੜੇ ਸਾਇੰਟਿਸਟ ਨੇ ਮੋਡੀਫਾਈ ਕੀਤਾ ਸੀ? ਠੀਕ ਹੈ ਜੀ, ਆਪਸ਼ਨਸ ਹੈ ਸੋਮਰਫੀਲਡ, ਰਦਰਫੋਰਡ, ਥੋਮਸਨ ਐਂਡ ਹੰਟ। ਦੇਖੋ ਜੋ ਸੋਮਰਫੀਲਡ ਸਾਇੰਟਿਸਟ ਹੋਏ ਆ ਇਹਨਾਂ ਨੇ ਜੋ ਬੋਹਰਸ ਮੋਡਲ ਸੀ ਉਹਨਾਂ ਨੂੰ ਮੋਡੀਫਾਈ ਕੀਤਾ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਏ ਹੈ। ਉਹਨਾਂ ਨੇ ਕੀ ਐਕਸਪਲੇਨ ਕੀਤਾ ਸੀ? ਸਪੈਕਟਰਲ ਲਾਈਨ। ਕਿਸ ਚੀਜ਼ ਨੂੰ ਐਕਸਪਲੇਨ ਕੀਤਾ ਸੀ? ਸਪੈਕਟਰਲ ਲਾਈਨ ਨੂੰ, ਜੋ ਆਪਾਂ ਨੂੰ ਬੋਹਰਸ ਮੋਡਲ ਦੇ ਵਿੱਚ ਨਹੀਂ ਪਤਾ ਲੱਗੀਆਂ ਸੀ। ਤਾਂ ਸਪੈਕਟਰਲ ਲਾਈਨਸ ਕਿਹਨਾਂ ਦੁਆਰਾ ਐਕਸਪਲੇਨ ਕੀਤਾ ਗਿਆ ਸੀ? ਸੋਮਰਫੀਲਡ। ਕਲੀਅਰ? ਤਾਂ ਆਪਸ਼ਨ ਏ ਹੋ ਗਿਆ ਰਾਈਟ। ਨੈਕਸਟ ਆਪਾਂ ਗੱਲ ਕਰਾਂਗੇ 10th ਕੁਐਸਚਨ ਦੀ। ਹਾਂਜੀ 10th ਕੁਐਸਚਨ ਦੇਖੋ, ਅ
ਅਟੋਮਿਸਿਟੀ ਆਫ ਸਲਫਰ। ਅਟੋਮਿਸਿਟੀ ਆਫ ਸਲਫਰ ਦਾ ਮਤਲਬ ਹੁੰਦਾ ਕਿੰਨੇ ਐਟਮਸ ਕੀ ਨੇ, ਜੁਆਇਨ ਨੇ, ਕਿੰਨੇ ਐਟਮ ਮਤਲਬ ਕੀ ਹੈ ਜੁੜਦੇ ਨੇ ਆਪਸ ਦੇ ਵਿੱਚ, ਠੀਕ ਹੈ। ਮਤਲਬ ਸਲਫਰ ਕਿੰਨੇ ਜੋੜ ਕੇ ਸਟੇਬਲ ਬਣਦਾ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਅਟੋਮਿਸਿਟੀ ਬੋਲ ਦਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਸਲਫਰ ਦੀ, ਜਿਵੇਂ ਹੁਣ ਸਿੰਪਲ ਲੈ ਲਓ ਆਕਸੀਜਨ, O2 ਤੁਸੀਂ ਹਮੇਸ਼ਾ ਸੁਣਦੇ ਹੋਗੇ, ਸਿੰਪਲ ਆਕਸੀਜਨ ਨਹੀਂ ਸੁਣਦੇ ਕਿਉਂਕਿ ਦੋ ਆਕਸੀਜਨ ਕੀ ਕਰਦੇ ਨੇ, ਜੁਆਇਨ ਹੋ ਜਾਂਦੇ ਨੇ। ਐਵੇਂ ਆਪਣੇ ਕੋਲ ਕਿਸ ਦੇ ਪੁੱਛੇ ਹੋਏ ਨੇ, ਸਲਫਰ ਦੀ ਅਟੋਮਿਸਿਟੀ ਪੁੱਛੀ ਹੋਈ ਹੈ। ਤਾਂ ਸਲਫਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਹਮੇਸ਼ਾ 8 ਐਟਮਸ ਜੁੜਦੇ ਨੇ ਅਤੇ ਉਹ ਸਟੇਬਲ ਬਣਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਡੀ। ਨੈਕਸਟ ਅਗਰ ਆਪਾਂ ਗੱਲ ਕਰੀਏ ਦ ਐਟਮਸ ਆਫ ਕਾਰਬਨ ਐਂਡ ਨਾਈਟ੍ਰੋਜਨ ਆਰ ਕੰਸੀਡਰਡ ਐਜ਼, ਇਹਨਾਂ ਨੂੰ ਕੀ ਕਵਾਂਗੇ, ਦੇਖੋ ਕੀ ਦਿੱਤਾ ਹੋਇਆ, ਕਾਰਬਨ 6 13, ਨਾਈਟ੍ਰੋਜਨ 7 14। ਦੇਖੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਅਟੋਮਿਕ ਨੰਬਰ ਡਿਫਰੈਂਟ ਹੈ, ਇਸ ਦਾ ਮਤਲਬ ਪ੍ਰੋਟੋਨ ਵੀ ਕੀ ਹੋ ਗਏ, ਡਿਫਰੈਂਟ। ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਣਾ ਮਾਸ ਨੰਬਰ ਵੀ ਅਲੱਗ ਹੈ, ਮਾਸ ਨੰਬਰ ਕਿੰਨਾ 13, ਪ੍ਰੋਟੋਨ ਕਿੰਨੇ ਹੈ 6, ਨਿਊਟਰੋਨ ਫਾਈਂਡ ਆਊਟ ਕਰ ਸਕਦੇ ਹਾਂ, ਨਿਊਟਰੋਨ ਕਿੰਨੇ ਆ ਗਏ 13 - 6 ਕਿੰਨਾ ਹੁੰਦਾ 7, ਇੰਨੀ ਚੀਜ਼ ਸਮਝ ਆਈ। ਸਿਮਿਲਰਲੀ ਅਗਰ ਮੈਂ ਨਾਈਟ੍ਰੋਜਨ ਦੇ ਨਿਕਾਲਾਂ, ਨਾਈਟ੍ਰੋਜਨ ਦੇ ਨਿਊਟਰੋਨ ਕਿਵੇਂ ਨਿਕਲਦੇ ਆ, ਮਾਸ ਨੰਬਰ ਇਜ਼ ਇਕੁਅਲ ਟੂ ਅਟੋਮਿਕ ਨੰਬਰ ਜਾਂ ਪ੍ਰੋਟੋਨ ਪਲੱਸ ਨਿਊਟਰੋਨ, ਏ ਦੀ ਜਗ੍ਹਾ ਪੀ ਲਿਖ ਲਓ ਚਾਹੇ ਤੁਸੀਂ। ਹੁਣ ਮਾਸ ਨੰਬਰ ਕਿੰਨਾ ਹੈ ਆਪਣੇ ਕੋਲ ਨਾਈਟ੍ਰੋਜਨ ਦਾ 14, ਪ੍ਰੋਟੋਨ ਆਪਣੇ ਕੋਲ ਕਿੰਨੇ ਆ 7, ਨਿਊਟਰੋਨ ਕਿੰਨੇ ਆ ਗਏ 7। ਦੇਖੋ ਅਗਰ ਮੈਂ ਨਿਊਟਰੋਨ ਕਿੰਨੇ ਆ ਗਏ 7। ਅਗਰ ਮੈਂ ਦੋਨਾਂ ਦੀ ਗੱਲ ਕਰਾਂ, ਦੋਨਾਂ ਦਾ ਮਾਸ ਨੰਬਰ ਵੀ ਅਲੱਗ ਹੈ, ਮਾਸ ਨੰਬਰ ਵੀ ਡਿਫਰੈਂਟ ਸੀਗਾ, ਐਂਡ ਆਪਣੇ ਕੋਲ ਅਟੋਮਿਕ ਨੰਬਰ ਵੀ ਮਤਲਬ ਪ੍ਰੋਟੋਨ ਵੀ ਡਿਫਰੈਂਟ ਸੀਗੇ, ਬਟ ਸੇਮ ਕੀ ਆਏ ਨੇ ਆਪਣੇ ਕੋਲ, ਨਿਊਟਰੋਨ। ਦੋਨਾਂ ਦੇ ਨਿਊਟਰੋਨ ਕਿੰਨੇ ਆਏ ਨੇ 7 ਆਏ ਨੇ। ਤਾਂ ਜਿਨ੍ਹਾਂ ਦੇ ਨਿਊਟਰੋਨਸ ਸੇਮ ਹੋਣ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਆਈਸੋਟੋਨਸ ਕਹਿ ਦਿੰਦੇ ਹਾਂ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਵੀ ਕੀ ਹੋ ਗਿਆ, ਆਪਸ਼ਨ ਡੀ ਹੋ ਗਿਆ। ਕਲੀਅਰ। ਨੈਕਸਟ ਕੀ ਆਪਣੇ ਕੋਲ ਕੁਐਸਚਨ, ਦ ਮੈਕਸੀਮਮ ਅਟੋਮਿਸਿਟੀ ਸ਼ੋਨ ਬਾਏ ਕਾਰਬਨ। ਕਹਿੰਦੇ ਕਾਰਬਨ ਦੀ ਮੈਕਸੀਮਮ ਅਟੋਮਿਸਿਟੀ ਕਿੰਨੀ ਆ, ਮਤਲਬ ਕਿੰਨੇ ਐਟਮ ਕਾਰਬਨ ਆਪਣੇ ਨਾਲ ਜੋੜ ਸਕਦੇ। ਦੇਖੋ ਅਗਰ ਦਾ ਸਿੰਪਲ ਪੁੱਛਿਆ ਜਾਂਦਾ ਵਟ ਇਜ਼ ਦ ਅਟੋਮਿਸਿਟੀ ਆਫ ਕਾਰਬਨ, ਫਿਰ ਤੁਸੀਂ ਆਨਸਰ ਲਾਉਂਦੇ 1 ਕਿਉਂਕਿ ਕਾਰਬਨ ਹਮੇਸ਼ਾ ਸਿੰਗਲ ਸੀ ਲਿਖਦੇ ਹਾਂ। ਬਟ ਅਗਰ ਮੈਕਸੀਮਮ ਅਟੋਮਿਸਿਟੀ ਪੁੱਛ ਲਿਆ ਕਿ ਜ਼ਿਆਦਾ ਕਿੰਨੇ ਕਾਰਬਨ ਕੀ ਹੋ ਜਾਂਦੇ ਨੇ, ਜੁਆਇਨ ਹੋ ਜਾਂਦੇ ਨੇ, ਤਾਂ ਉਹ ਕੀ ਹੈ, ਕਾਰਬਨ ਕੋਲ ਆਪਾਂ ਪਤਾ ਟੈਟਰਾਵੈਲੈਂਟ ਹੁੰਦਾ, ਮਤਲਬ 4 ਕੀ ਹੁੰਦੀਆਂ ਨੇ, ਸਪੇਸ ਖਾਲੀਆਂ ਹੁੰਦੀਆਂ ਨੇ ਜਿਹਦੇ ਨਾਲ ਇਹ ਬੌਂਡ ਬਣਾ ਲੈਂਦਾ। ਤਾਂ ਮੈਕਸੀਮਮ ਅਟੋਮਿਸਿਟੀ ਕਿੰਨੀ ਹੁੰਦੀ ਹੈ 4। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਏ ਆ ਗਿਆ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 1 ਇਜ਼ ਦਾ ਅਟੋਮਿਸਿਟੀ ਆਫ, 1 ਅਟੋਮਿਸਿਟੀ ਕਿਸ ਦੀ ਹੁੰਦੀ ਹੈ। 1 ਮਤਲਬ ਅਟੋਮਿਸਿਟੀ ਮਤਲਬ ਕੌਣ ਮੋਨੋ ਅਟੋਮਿਕ ਹੁੰਦਾ, ਕੌਣ ਸਿੰਗਲ ਹੈ। ਦੇਖੋ ਨਾਈਟ੍ਰੋਜਨ N2 ਹੁੰਦਾ, ਕੈਂਸਲ, ਆਕਸੀਜਨ O2 ਹੁੰਦਾ, ਕੈਂਸਲ, 2 ਆਪਸ਼ਨ ਕੈਂਸਲ ਹੋ ਗਈਆਂ। ਹੁਣ ਜੋ ਹਾਈਡਰੋਜਨ ਹੈ ਤੁਸੀਂ ਸੋਚ ਕੇ ਦੇਖੋਗੇ ਤਾਂ ਤੁਸੀਂ ਸਿੰਪਲੀ ਕਹੋਗੇ ਹਾਈਡਰੋਜਨ ਕੀ ਹੈ, ਮੋਨੋ ਅਟੋਮਿਕ, ਬਟ ਗਲਤ ਹੈ। ਹਾਈਡਰੋਜਨ ਵੀ H2 ਹੁੰਦਾ, ਡਾਈ ਅਟੋਮਿਕ ਹੁੰਦਾ। ਤਾਂ ਹਾਈਡਰੋਜਨ ਵੀ ਕੈਂਸਲ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਏ ਮੀਨਸ ਹੀਲੀਅਮ ਦੀ ਅਟੋਮਿਸਿਟੀ ਕਿੰਨੀ ਹੁੰਦੀ ਹੈ 1। ਤਾਂ ਸੇਮ ਇਸ ਦਾ ਵੀ ਕਿੰਨਾ ਆਨਸਰ ਰਾਈਟ ਹੋ ਗਿਆ, ਏ ਹੀਲੀਅਮ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 14 ਕੁਐਸਚਨ ਦੀ, ਆਪਾਂ ਨੰਬਰਿੰਗ ਹੀ ਨਹੀਂ ਨੋਟ ਕੀਤੀ। ਹਾਂਜੀ 14 ਕੁਐਸਚਨ ਕੀ ਹੈ, ਕਹਿੰਦੇ ਬਕਮਿਨਿਸਟਰ ਫਿਲਰੈਂਸ ਇਜ਼ ਦਾ ਐਲੋਟ੍ਰੋਪੀ ਆਫ, ਇਹ ਕਿਸ ਦੀ ਐਲੋਟ੍ਰੋਪੀ ਹੈ, ਨਾਈਟ੍ਰੋਜਨ, ਕਾਰਬਨ, ਸਲਫਰ ਜਾਂ ਨਨ ਆਫ ਦੀਜ਼। ਤਾਂ ਇਹ ਕਿਸ ਦੀ ਆਪਣੇ ਕੋਲ ਐਲੋਟ੍ਰੋਪੀ ਹੈ, ਕਾਰਬਨ ਦੀ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਊਗਾ, ਆਪਸ਼ਨ ਬੀ ਹੋਏਗਾ, ਕਾਰਬਨ। ਕਾਰਬਨ ਦੀਆਂ 3 ਐਲੋਟ੍ਰੋਪਿਕ ਫਾਰਮਸ ਨੇ, ਡਾਇਮੰਡ, ਗ੍ਰੇਫਾਈਟ ਐਂਡ ਅਗਰ ਆਪਾਂ ਗੱਲ ਕਰੀਏ ਲਾਸਟ ਜੋ ਆਪਾਂ ਨੇ ਹੁਣੇ ਕੀਤੀ ਹੈ ਫਿਊਲਰੈਂਸ ਜਾਂ ਫਿਊਲਰੀਨ, ਜੋ ਵੀ ਤੁਸੀਂ ਪ੍ਰੋਨਾਊਂਸ ਕਰਦੇ ਹੋ ਉਹ ਕਰ ਸਕਦੇ ਹੋ। ਕਲੀਅਰ। ਇਹ 3 ਕੀ ਨੇ ਆਪਣੇ ਕੋਲ, ਕਾਰਬਨ ਦੀਆਂ ਫਾਰਮਸ ਨੇ। ਕਲੀਅਰ। ਇਹ ਹੋ ਗਿਆ ਸੀ 15 ਕੁਐਸਚਨ। ਦੇਖਦੇ ਹਾਂ ਆਪਾਂ ਹੁਣ। ਹਾਂਜੀ 15 ਕੁਐਸਚਨ ਕੀ ਹੈ, ਇਹ ਸਿੰਪਲ ਜਿਹੇ ਕੁਐਸਚਨ ਨੇ, ਹੁਣ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਦ ਫਾਰਮੂਲਾ ਆਫ ਕੁਇਕਲਾਈਮ, ਕੁਇਕਲਾਈਮ ਦਾ ਫਾਰਮੂਲਾ ਕੀ ਹੁੰਦਾ। ਫਸਟ ਆਪਸ਼ਨ ਅਗਰ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ ਤਾਂ ਦੇਖੋ ਜੋ ਕੁਇਕਲਾਈਮ ਹੁੰਦਾ ਇਸ ਦਾ ਕੀ ਰਾਈਟ ਆਨਸਰ ਆਊਗਾ, ਕੈਲਸ਼ੀਅਮ ਆਕਸਾਈਡ CaO, ਇਸ ਦਾ ਕੀ ਹੋ ਗਿਆ, ਰਾਈਟ ਆਨਸਰ ਹੋ ਗਿਆ। ਠੀਕ ਹੈ ਜੀ। ਤਾਂ ਇਹ ਆਪਸ਼ਨ ਕੀ ਹੋ ਗਿਆ, ਕਰੈਕਟ, ਜਿਸ ਨੂੰ ਕੀ ਬੋਲਿਆ ਜਾਂਦਾ, ਕੁਇਕਲਾਈਮ ਬੋਲਿਆ ਜਾਂਦਾ। ਨੈਕਸਟ ਕੀ ਹੈ, ਦਾ ਫਾਰਮੂਲਾ ਆਫ
ਸਲੇਕਡ ਲਾਈਮ, ਤਾਂ ਤੁਹਾਨੂੰ ਇਸ ਤਰੀਕੇ ਨਾਲ ਫਾਰਮੂਲੇ ਵੀ ਪੁੱਛ ਸਕਦੇ ਆ। ਹੁਣ ਸਲੇਕਡ ਲਾਈਮ ਦਾ ਫਾਰਮੂਲਾ ਕੀ ਹੁੰਦਾ, ਜਦੋਂ ਵਾਟਰ ਨਾਲ ਰਿਐਕਸ਼ਨ ਹੋ ਜੇ, ਠੀਕ ਹੈ ਜੀ, ਤਾਂ ਕੀ ਬਣ ਜਾਂਦਾ, ਕੈਲਸ਼ੀਅਮ ਹਾਈਡਰੋਕਸਾਈਡ ਬਣ ਜਾਂਦਾ। ਮਤਲਬ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਬੀ। ਅਗਰ ਸਲੇਕ ਲਾਈਮ ਪੁੱਛ ਲਿਆ ਤਾਂ ਕੈਲਸ਼ੀਅਮ ਹਾਈਡਰੋਕਸਾਈਡ, ਅਗਰ ਤੁਹਾਨੂੰ ਕੁਇਕ ਲਾਈਮ ਪੁੱਛ ਲਿਆ ਤਾਂ ਕੈਲਸ਼ੀਅਮ ਆਕਸਾਈਡ। ਇਹਨਾਂ ਦੋਨਾਂ 'ਚ ਕਨਫਿਊਜ਼ ਨਹੀਂ ਹੋਣਾ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਅ ਮੋਲੀਕਿਊਲਰ 16-17 ਕੁਐਸਚਨ ਦੀ, ਅ ਮੋਲੀਕਿਊਲਰ ਆਫ ਸਲਫਰ ਕੰਸਿਸਟ ਆਫ ਡੈਸ਼ ਐਟਮਸ ਆਫ ਦਾ ਸਲਫਰ। ਕਹਿੰਦੇ ਇੱਕ ਮੋਲੀਕਿਊਲ ਕਿੰਨੇ ਐਟਮਸ ਦੇ ਸਲਫਰ ਦੇ ਕਿੰਨੇ ਐਟਮਸ ਤੋਂ ਬਣ ਕੇ ਮਤਲਬ ਮਿਲ ਕੇ ਬਣਿਆ ਹੁੰਦਾ। ਤਾਂ 8 ਇਹ ਪਹਿਲਾਂ ਆਪਾਂ ਕਰ ਚੁੱਕੇ ਹਾਂ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਏ। ਕਲੀਅਰ ਹੈ ਜੀ। ਉਮੀਦ ਹੈ ਤੁਹਾਨੂੰ 17 ਕੁਐਸਚਨ ਕਲੀਅਰ ਹੋ ਚੁੱਕੇ ਹੋਣੇ ਅਤੇ ਵਧੀਆ ਸਮਝ ਆਏ ਹੋਣੇ, ਠੀਕ ਹੈ ਜੀ, ਕਿਉਂਕਿ ਐਗਜ਼ਾਮ ਨੇੜੇ ਹੈ ਤਾਂ ਜ਼ਰੂਰ ਦੇਖਿਓ, ਸ਼ੋਰਟ ਹੀ ਵੀਡੀਓ ਰੱਖਾਂਗੇ। ਨੈਕਸਟ ਆਪਾਂ ਗੱਲ ਕਰਾਂਗੇ 18 ਕੁਐਸਚਨ ਦੀ। 18 ਕੁਐਸਚਨ ਕੀ ਹੈ ਆਪਣੇ ਕੋਲ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਮੈਟਲ। ਇਹਨਾਂ ਦੇ ਵਿੱਚੋਂ ਕਿਹੜੀ ਆਪਣੇ ਕੋਲ ਕੀ ਹੈ, ਮੈਟਲ ਹੈ। ਦੇਖੋ ਕਾਰਬਨ ਕੀ ਹੈ, ਨੋਨ ਮੈਟਲ। ਨਾਈਟ੍ਰੋਜਨ ਕੀ ਹੈ, ਨੋਨ ਮੈਟਲ। ਆਕਸੀਜਨ ਕੀ ਹੈ, ਨੋਨ ਮੈਟਲ। ਰਹਿ ਕੌਣ ਗਿਆ, ਸੋਡੀਅਮ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਸੀ, ਸੋਡੀਅਮ ਇਜ਼ ਅ ਮੈਟਲ। ਆਪਾਂ ਨੂੰ ਪਤਾ ਨਾ ਸੋਡੀਅਮ ਮੈਟਲ ਹੈ, ਧਿਆਨ ਦੇ ਵਿੱਚ ਰੱਖਿਓ। ਨੈਕਸਟ ਆਪਣੇ ਕੋਲ ਕੀ ਹੈ 19 ਕੁਐਸਚਨ, ਐਲੂਮੀਨੀਅਮ ਫੋਇਲਸ ਆਰ ਪੋਸੀਬਲ ਬਿਕੋਜ਼। ਦੇਖੋ ਐਲੂਮੀਨੀਅਮ ਇਜ਼ ਪੀਟੈਟ ਦੇ ਵਿੱਚ ਕੁਐਸਚਨ ਆਇਆ ਹੋਇਆ ਤਾਂ ਆਪਣੇ ਆਪ ਕੀ ਬਣ ਗਿਆ ਇਹ ਇੰਪੋਰਟੈਂਟ। ਕਹਿੰਦੇ ਜੋ ਐਲੂਮੀਨੀਅਮ ਹੈ, ਫੋਇਲਸ ਆਪਾਂ ਘਰੇ ਯੂਜ਼ ਕਰਦੇ ਹਾਂ ਨਾ, ਸਿਲਵਰ ਕਲਰ ਦੀਆਂ ਫੋਇਲਸ ਹੁੰਦੀਆਂ ਨੇ, ਕਹਿੰਦੇ ਉਹ ਕਿਉਂ ਪੋਸੀਬਲ ਨਹੀਂ, ਕਿਉਂਕਿ ਐਲੂਮੀਨੀਅਮ ਕੀ ਹੈ ਆਪਣੇ ਕੋਲ। ਦੇਖੋ ਅਗਰ ਮੈਂ ਗੱਲ ਕਰਾਂ ਜੋ ਐਲੂਮੀਨੀਅਮ ਹੈ, ਪਹਿਲੀ ਗੱਲ ਤਾਂ ਇਹ ਇੱਕ ਕੀ ਹੈ, ਮੈਟਲ ਹੈ। ਐਲੂਮੀਨੀਅਮ ਕੀ ਹੈ, ਮੈਟਲ ਹੈ। ਤਾਂ ਇਹਨਾਂ ਨੇ ਕੀ ਕੀਤਾ, ਸਾਰੀਆਂ ਜੋ ਆਪ ਪ੍ਰੋਪਰਟੀ ਆਪਸ਼ਨਸ ਦਿੱਤੀਆਂ ਹੋਈਆਂ ਨੇ ਮੈਟਲਸ ਦੀਆਂ ਪ੍ਰੋਪਰਟੀਜ਼ ਨੇ। ਤਾਂ ਅਗਰ ਆਪਾਂ ਗੱਲ ਕਰੀਏ ਜੋ ਆਪਣੇ ਕੋਲ ਮੈਲੇਬਲ ਕੀ ਹੁੰਦਾ, ਜਦੋਂ ਕਿਸੇ ਚੀਜ਼ ਨੂੰ ਆਪਾਂ ਸ਼ੀਟਸ 'ਚ ਕਨਵਰਟ ਕਰ ਦਈਏ। ਸਨੋਰਸ ਦਾ ਮਤਲਬ ਹੈ ਜੋ ਆਵਾਜ਼ ਕਰੇ ਚੀਜ਼, ਉਹ ਵੀ ਮੈਟਲ ਹੈ। ਡਕਟਾਈਲ ਦਾ ਮਤਲਬ ਜਦੋਂ ਉਹਨੂੰ ਆਪਾਂ ਵਾਇਰਸ 'ਚ ਕਨਵਰਟ ਕਰ ਦਈਏ। ਅਤੇ ਇੱਥੇ ਸਪੈਲਿੰਗ ਗਲਤ ਹੈ। ਲਸਟਰਸ ਦਾ ਮਤਲਬ ਹੁੰਦਾ ਜੋ ਚੀਜ਼ ਸ਼ਾਈਨ ਕਰੇ, ਚਮਕੇ, ਉਸਨੂੰ ਲਸਟਰਸ ਬੋਲ ਦਿੰਦੇ ਆ। ਤਾਂ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਜੋ ਐਲੂਮੀਨੀਅਮ ਫੋਇਲ ਦਾ ਮਤਲਬ ਉਹਨੂੰ ਆਪਾਂ ਨੇ ਸ਼ੀਟਸ 'ਚ ਕਨਵਰਟ ਕਰ ਦਿੱਤਾ ਗਿਆ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਏ। ਐਲੂਮੀਨੀਅਮ ਕੀ ਹੁੰਦੀ ਹੈ, ਮੈਲਏਬਲ ਹੁੰਦੀ ਹੈ, ਇਸ ਲਈ ਕੀ ਹੈ ਉਸ ਦੀਆਂ ਫੋਇਲਸ ਬਣਦੀਆਂ ਨੇ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 20th ਕੁਐਸਚਨ ਦੀ। 20th ਕੁਐਸਚਨ ਦੇਖੋ, ਦ ਫੂਡ ਕੈਨ ਆਰ ਕੋਟਡ ਵਿਦ ਟਿਨ ਐਂਡ ਨੋਟ ਵਿਦ ਜ਼ਿੰਕ ਬਿਕੋਜ਼ ਦਾ ਜ਼ਿੰਕ ਪੀਟੈਟ 'ਚ ਆਇਆ ਤਾਂ ਇੰਪੋਰਟੈਂਟ ਹੈ। ਪੀਟੈਟ ਵਾਲੇ ਜਿੰਨੇ ਵੀ ਕੁਐਸਚਨ ਆਏ ਹੋਏ ਨੇ ਤੁਹਾਡੇ ਲਈ ਪ੍ਰੀਵੀਅਸ ਈਅਰ ਕੁਐਸਚਨਸ ਇੰਪੋਰਟੈਂਟ ਹੋ ਜਾਂਦੇ ਆ, ਚਾਹੇ ਉਹ ETT ਦਾ ਐਗਜ਼ਾਮ ਹੈ ਚਾਹੇ ਪੀਟੈਟ ਦਾ, ਕਿਉਂਕਿ ਕੁਐਸਚਨ ਤਾਂ ਕੋਈ ਵੀ ਬਣ ਸਕਦੇ ਨੇ ਨਾ, ਠੀਕ ਹੈ ਜੀ। ਤਾਂ ਕਹਿੰਦੇ ਜਿਹੜੇ ਫੂਡ ਕੈਨ ਨੇ ਉਹ ਕੋਟ ਕੀਤੀਆਂ ਜਾਂਦੀਆਂ ਟਿਨ ਦੇ ਨਾਲ, ਐਂਡ ਨੋਟ ਵਿਦ ਜ਼ਿੰਕ। ਜ਼ਿੰਕ ਦੇ ਨਾਲ ਕਿਉਂ ਨਹੀਂ, ਕਿਉਂਕਿ ਕਹਿੰਦੇ ਇਹ ਕੋਸਟਲੀ ਹੁੰਦੀ ਹੈ ਟਿਨ ਨਾਲੋਂ, ਹਾਈ ਮੈਲਟਿੰਗ ਪੁਆਇੰਟ ਹੁੰਦਾ ਟਿਨ ਨਾਲੋਂ, ਜਾਂ ਜ਼ਿਆਦਾ ਰਿਐਕਟਿਵ ਹੁੰਦੀ ਹੈ ਟਿਨ ਨਾਲੋਂ, ਜਾਂ ਲੈਸ ਰਿਐਕਟਿਵ। ਦੇਖੋ ਜੋ ਜ਼ਿੰਕ ਹੈ ਨਾ, ਇਹ ਜ਼ਿਆਦਾ ਰਿਐਕਟਿਵ ਹੁੰਦੀ ਹੈ ਕਿਸ ਦੇ ਨਾਲੋਂ, ਟਿਨ ਨਾਲੋਂ। ਇਹ ਹਰ ਚੀਜ਼ ਦੇ ਨਾਲ ਕੀ ਕਰ ਜਾਂਦੀ ਹੈ, ਰਿਐਕਟ ਕਰ ਜਾਂਦੀ ਹੈ, ਜਿਹਦੇ ਨਾਲ ਉਹ ਪੋਇਜ਼ਨਸ ਬਣ ਜਾਂਦੀ ਹੈ, ਜ਼ਹਿਰੀਲੀ ਬਣ ਜਾਂਦੀ ਹੈ। ਤਾਂ ਇਸ ਲਈ ਆਪਾਂ ਕਿਹਨੂੰ ਨਹੀਂ ਯੂਜ਼ ਕਰਦੇ, ਜ਼ਿੰਕ ਨੂੰ ਯੂਜ਼ ਨਹੀਂ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਸੀ ਹੋ ਗਿਆ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ, ਜੋ ਆਪਣੇ ਕੋਲ ਕਿੰਨਾ 21th ਜੋ ਪੀਟੈਟ ਦੇ ਵਿੱਚ ਆਇਆ ਹੋਇਆ। ਆਊਟ ਆਫ ਦ ਫੋਲੋਇੰਗ ਵਿਚ ਇਜ਼ ਨੋਟ ਐਨ ਅਲੋਏ। ਨੋਟ ਹੈ, ਧਿਆਨ ਰੱਖਿਓ, ਨੋਟ ਬਹੁਤ ਕੁਐਸਚਨ ਗਲਤ ਕਰਵਾ ਦਿੰਦਾ। ਕਿਹੜੀ ਇਹਨਾਂ ਦੇ ਵਿੱਚੋਂ ਅਲੋਏ ਨਹੀਂ ਹੈਗੀ, ਬ੍ਰੌਂਜ਼, ਕਾਪਰ, ਲੈਡ, ਸੋਲਡਰ। ਤਾਂ ਦੇਖੋ ਇਹਨਾਂ ਦੇ ਵਿੱਚ ਅਗਰ ਆਪਾਂ ਗੱਲ ਕੀਤੀ ਜਾਵੇ, ਬ੍ਰੌਂਜ਼ ਕੀ ਇੱਕ ਅਲੋਏ ਹੈ ਤਾਂ ਆਪਸ਼ਨ ਕੈਂਸਲ, ਸੋਲਡਰ ਵੀ ਇੱਕ ਅਲੋਏ ਹੈ ਤਾਂ ਆਪਸ਼ਨ ਕੈਂਸਲ। ਬਟ ਹੁਣ ਅਗਰ ਮੈਂ ਗੱਲ ਕਰਾਂ ਲੈਡ ਅਤੇ ਕੋਪਰ ਦੀ, ਇਹ ਦੋਨੇ ਅਲੋਇਜ਼ ਨਹੀਂ ਹੈਗੀਆਂ, ਇਹ ਦੋਨੇ ਅਲੋਇਜ਼ ਨਹੀਂ ਹੈਗੀਆਂ, ਤਾਂ ਤੁਹਾਨੂੰ ਇਸ ਦੀ ਗ੍ਰੇਸ ਮਿਲੂਗੀ, ਠੀਕ ਹੈ ਜੀ। ਤਾਂ ਦੋਨੋਂ ਆਪਸ਼ਨ ਠੀਕ ਹੋ ਜਾਣਗੇ, B ਐਂਡ C ਬੋਥ ਆਰ ਕਰੈਕਟ। ਕਲੀਅਰ। ਨੈਕਸਟ ਆਪਾਂ ਵੇਟ ਨੈਕਸਟ 22 ਕੁਐਸਚਨ ਦੀ ਗੱਲ ਕਰਦੇ ਹਾਂ। 22nd ਕੁਐਸਚਨ ਕੀ ਕਹਿੰਦਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਟਰੂ ਫॉर ਮੈਟਲਸ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਮੈਟਲ ਦੀ ਪ੍ਰੋਪਰਟੀ ਨਹੀਂ ਹੈਗੀ, ਪੀਟੈਟ 'ਚ ਆਇਆ ਹੋਇਆ ਕੁਐਸਚਨ ਹੈ। ਤਾਂ ਦੇਖੋ ਡਕਟਾਈਲ, ਮੈਂ ਹੁਣੇ ਦੱਸਿਆ ਸੀ ਡਕਟੀਲਿਟੀ ਹੁੰਦੀ ਹੈ ਜੋ ਵਾਇਰਸ ਬਣਾ ਦੇ, ਮੈਟਲਸ ਦੀਆਂ ਵਾਇਰਸ ਬਣਦੀਆਂ ਨੇ ਤਾਂ ਇਹ ਹੋ ਗਈ ਆਪਸ਼ਨ ਕੈਂਸਲ। ਮੈਲੇਬਲ ਸ਼ੀਟਸ ਬਣਦੀਆਂ ਨੇ ਮੈਟਲ ਦੀਆਂ, ਓਬਵੀਅਸਲੀ ਸ਼ੀਟਸ ਬਣਦੀਆਂ ਨੇ, ਨੋਟ ਟਰੂ ਦੱਸਣਾ ਆਪਾਂ, ਤਾਂ ਇਹ ਵੀ ਆਪਸ਼ਨ ਰਾਈਟ ਹੈ। ਨੋਨ ਕੰਡਕਟਿੰਗ ਆਫ ਹੀਟ, ਨਹੀਂ ਜੀ, ਜਿੰਨੇ ਵੀ ਆਪਣੇ ਕੋਲ ਮੈਟਲਸ ਹੁੰਦੇ ਆ ਇਹ ਸਾਰੇ ਕੀ ਹੁੰਦੇ ਨੇ, ਗੁੱਡ ਕੰਡਕਟਰ ਹੁੰਦੇ ਆ, ਗੁੱਡ
ਕੰਡਕਟਰ ਹੁੰਦੇ ਆ ਤਾਂ ਇਹ ਆਪਸ਼ਨ ਵੀ ਕੀ ਹੋਗੀ ਗਲਤ, ਆਪਣੇ ਕੋਲ ਨੋਟ ਟਰੂ ਹੀ ਪੁੱਛਿਆ ਗਿਆ ਸੀਗਾ। ਕਲੀਅਰ, ਤਾਂ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਸੀ। ਫੋਰਥ ਆਪਸ਼ਨ ਦੇਖ ਲਿਆ ਰਿੰਗਿੰਗ ਸਾਊਂਡ, ਯੈਸ ਆਪਣੇ ਕੋਲ ਕੀ ਹੁੰਦੇ ਨੇ ਸਨੋਰਸ ਨੇਚਰ ਦੇ ਹੁੰਦੇ ਨੇ, ਜੋ ਮੈਟਲਸ ਹੁੰਦੇ ਆਪਣੇ ਸਕੂਲ 'ਚ ਬੈਲ ਲੱਗੀ ਹੁੰਦੀ ਸੀ ਉਹ ਵੀ ਮੈਟਲ ਹੁੰਦੀ ਸੀ। ਕਲੀਅਰ, ਤਾਂ ਇਸ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ ਆਪਸ਼ਨ ਸੀ। ਨੈਕਸਟ, ਵਿਚ ਆਫ ਦਾ ਫੋਲੋਇੰਗ ਐਲੀਮੈਂਟ ਇਜ਼ ਅ ਮੈਟਲ, ਇਹਨਾਂ ਦੇ ਵਿੱਚੋਂ ਕਿਹੜਾ ਆਪਣੇ ਕੋਲ ਮੈਟਲ ਹੈ। ਦੇਖੋ ਹੁਣ ਆਪਾਂ ਨੂੰ ਹਰੇਕ ਦਾ ਅਟੋਮਿਕ ਨੰਬਰ ਨਹੀਂ ਪਤਾ ਹੋਊਗਾ, ਬਟ ਫਿਰ ਵੀ ਤੁਸੀਂ ਅਟੋਮਿਕ ਨੰਬਰ ਦੇ ਨਾਲ ਵੀ ਟਰਾਈ ਕਰ ਸਕਦੇ ਹੋ, ਔਰ ਵੈਸੇ ਵੀ ਤੁਹਾਨੂੰ ਕੀ ਹੈ ਪਤਾ ਹੋਣਾ ਚਾਹੀਦਾ ਕਿ ਕਿਹੜੇ ਮੈਟਲ ਦੇ ਵਿੱਚ ਆਉਂਦੇ ਆ, ਕਿਹੜੇ ਨੋਨ ਮੈਟਲ ਦੇ ਵਿੱਚ ਆਉਂਦੇ ਆ। ਕਲੀਅਰ, ਜਿਵੇਂ ਹੁਣ ਸਿੰਪਲ ਪਤਾ ਲੱਗ ਰਿਹਾ, ਜੋ 6 ਹੁੰਦਾ ਆਪਣੇ ਕੋਲ ਕਾਰਬਨ ਦਾ ਹੁੰਦਾ, ਕਾਰਬਨ ਨੋਨ ਮੈਟਲ ਹੈ, ਕੈਂਸਲ, ਇਸ ਤਰੀਕੇ ਨਾਲ। ਕਲੀਅਰ, ਤੁਸੀਂ ਇਹ ਕਰਕੇ ਦੇਖ ਸਕਦੇ ਹੋ ਕਿ ਤਾਂ ਕਿ ਤੁਹਾਨੂੰ ਮੈਟਲ ਨੋਨ ਮੈਟਲ ਬਾਰੇ ਪਤਾ ਲੱਗ ਜੇ। ਠੀਕ ਹੈ, ਹੁਣ ਅਗਰ ਆਪਾਂ ਆਨਸਰ ਦੀ ਗੱਲ ਕਰੀਏ ਤਾਂ ਜੋ ਆਪਣੇ ਕੋਲ ਅਟੋਮਿਕ ਨੰਬਰ 12 ਹੁੰਦਾ ਉਹ ਆਪਣੇ ਕੋਲ ਕੀ ਹੁੰਦਾ, ਮੈਗਨੀਸ਼ੀਅਮ ਹੁੰਦਾ, ਜੋ ਕਿ ਆਪਣੇ ਕੋਲ ਮੈਟਲ ਹੁੰਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਸ਼ਨ ਡੀ, ਮੈਗਨੀਸ਼ੀਅਮ ਇਜ਼ ਅ ਮੈਟਲ। ਤਾਂ ਇਸ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਬੀ। ਵੇਟ ਮੈਂ ਤੁਹਾਨੂੰ ਇੱਥੋਂ ਕਲੀਅਰ ਕਰਕੇ ਦਿਖਾ ਦਿੰਦੀ ਹਾਂ। ਹਾਂਜੀ ਇਹੀ ਆਪਣੇ ਕੋਲ। ਕਲੀਅਰ, ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਬੀ, ਕਿਉਂਕਿ ਆਪਾਂ ਨੇ ਕੋਲ ਮੈਟਲ ਹੀ ਪੁੱਛਿਆ ਗਿਆ ਸੀ ਤਾਂ ਮੈंने ਆ ਜ਼ੈਡ ਨੀਚੇ ਵਾਲੇ ਅਟੋਮਿਕ ਨੰਬਰ ਲਿਖੇ ਹੁੰਦੇ ਤਾਂ ਮੈंने ਈਜ਼ਲੀ ਦੇਖ ਲਿਆ ਕਿ ਮੈਗਨੀਸ਼ੀਅਮ ਦਾ ਇਹ ਕੀ ਹੋ ਗਿਆ ਮੈਟਲ, ਉੱਪਰਲਾ ਕਿਸ ਦਾ ਸੀ ਕਾਰਬਨ ਦਾ, ਤਾਂ ਕਾਰਬਨ ਨੋਨ ਮੈਟਲ ਹੁੰਦੀ ਹੈ। ਇਸ ਤਰੀਕੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ, 15 ਵੀ ਪਤਾ ਹੋ ਤੁਹਾਨੂੰ, 17 ਵੀ ਪਤਾ ਹੋ। ਮੈਂ ਤੁਹਾਨੂੰ ਕਿਹਾ ਘੱਟੋ ਘੱਟ ਤੁਹਾਨੂੰ 20 ਤੱਕ ਅਟੋਮਿਕ ਨੰਬਰ ਆਉਣੇ ਚਾਹੀਦੇ ਆ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ 24th ਕੁਐਸਚਨ ਦੀ। 24 ਕੁਐਸਚਨ ਕੀ ਹੈ, ਵਾਈਟ ਫਾਸਫੋਰਸ ਇਜ਼ ਕੈਪਟ ਇਨ, ਕਹਿੰਦੇ ਜੋ ਫੋਸਫੋਰਸ ਹੁੰਦਾ ਉਸਨੂੰ ਆਪਾਂ ਕਿਸ ਚੀਜ਼ ਦੇ ਵਿੱਚ ਕੀ ਹੈ ਕੈਪਟ ਕਰਕੇ ਰੱਖਦੇ ਹਾਂ, ਮਤਲਬ ਕਿਸ ਚੀਜ਼ ਦੇ ਵਿੱਚ ਕੀ ਹੈ ਸੰਭਾਲ ਕੇ ਰੱਖਦੇ ਹਾਂ। ਆਪਸ਼ਨਸ ਦੇਖ ਲਓ ਕੀ ਹੈ, ਅੰਡਰ ਵਾਟਰ, ਇਨ ਦ ਏਅਰ, ਇਨ ਦ ਕੈਰੋਸਿਨ, ਇਨ ਦ ਸੋਇਲ। ਦੇਖੋ ਅਗਰ ਮੈਂ ਗੱਲ ਕਰਾਂ, ਹਾਂਜੀ ਤਾਂ ਦੇਖੋ ਜੋ ਵਾਈਟ ਫਾਸਫੋਰਸ ਹੈ ਇਹਨੂੰ ਕੀ ਹੈ ਨਾ ਤਾਂ ਆਪਾਂ ਕੈਰੋਸਿਨ 'ਚ ਰੱਖ ਸਕਦੇ ਹਾਂ, ਨਾ ਏਅਰ 'ਚ, ਨਾ ਸੈਂਡ ਦੇ ਵਿੱਚ, ਇਸ ਨੂੰ ਅੰਡਰ ਵਾਟਰ ਰੱਖਿਆ ਜਾਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਪਸ਼ਨ ਏ, ਕਿਉਂਕਿ ਇਹ ਅੱਗ ਪਕੜ ਲੈਂਦਾ ਅਗਰ ਕਿਸੇ ਹੋਰ ਚੀਜ਼ 'ਚ ਰੱਖਾਂਗੇ, ਤਾਂ ਇਸ ਲਈ ਇਸ ਨੂੰ ਪਾਣੀ ਦੇ ਵਿੱਚ ਰੱਖਿਆ ਜਾਂਦਾ। ਨੈਕਸਟ ਆਪਣੇ ਕੋਲ 25th ਲਾਸਟ ਕੁਐਸਚਨ ਕੀ ਹੈ, ਮੈਟਲ ਦੈਟ ਅਕਰ ਇਨ ਫ੍ਰੀ ਸਟੇਟ ਇਨ ਨੇਚਰ, ਜੋ ਨੇਚਰ 'ਚ ਫ੍ਰੀ ਸਟੇਟ ਦੇ ਵਿੱਚ ਪਾਈ ਜਾਂਦੀ ਹੈ ਉਹ ਕਿਹੜੀ ਹੈ ਆਪਣੇ ਕੋਲ ਆਪਸ਼ਨਸ ਹੈ, ਪੋਟਾਸ਼ੀਅਮ, ਸੋਡੀਅਮ, ਸਿਲਵਰ ਐਂਡ ਮੈਗਨੀਸ਼ੀਅਮ। ਤਾਂ ਦੇਖੋ ਜੋ ਆਪਣੇ ਕੋਲ ਸਿਲਵਰ ਹੈ, ਗੋਲਡ ਹੈ, ਇਸ ਨੂੰ ਆਪਾਂ ਨੋਰਮਲ ਵੀ ਵੀਅਰ ਕਰਦੇ ਹਾਂ ਜਵੈਲਰੀ ਵਗੈਰਾ ਦੀ ਫੋਰਮ ਦੇ ਵਿੱਚ। ਤਾਂ ਇਹ ਕੀ ਨੇ ਲੀਸਟ ਰਿਐਕਟਿਵ ਨੇ, ਮਤਲਬ ਲੀਸਟ ਰਿਐਕਟਿਵ ਮੈਟਲਸ ਦਾ ਮਤਲਬ ਹੈ ਜੋ ਬਿਲਕੁਲ ਵੀ ਰਿਐਕਟ ਨਹੀਂ ਕਰਦੀਆਂ ਉਹ ਮੈਟਲਸ ਨੇ, ਅਤੇ ਜੋ ਫ੍ਰੀ ਸਟੇਟ ਦੇ ਵਿੱਚ ਨੇਚਰ 'ਚ ਪਾਈਆਂ ਜਾਂਦੀਆਂ ਨੇ। ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਸੀ ਹੋ ਗਿਆ। ਕਲੀਅਰ, ਉਮੀਦ ਹੈ ਤੁਹਾਨੂੰ ਫਸਟ 25 ਕੁਐਸਚਨਸ ਕਲੀਅਰ ਹੋ ਚੁੱਕੇ ਹੈ। ਅਗਰ ਕਿਸੇ ਵੀ ਬੱਚੇ ਨੂੰ ਡਾਊਟ ਹੁੰਦਾ ਤਾਂ ਤੁਸੀਂ ਮੇਰੇ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਡਾਊਟ ਕਲੀਅਰ ਕਰ ਸਕਦੇ ਹੋ। ਕੋਈ ਵੀ ਜ਼ਰੂਰੀ ਨਹੀਂ ਇਸ ਵੀਡੀਓ ਰਿਲੇਟਡ, ਕੋਈ ਵੀ ਵੀਡੀਓ ਰਿਲੇਟਡ ਮਤਲਬ ਜਾਂ ਕੋਈ ਵੀ ਤੁਹਾਡਾ ਵੈਸੇ ਵੀ ਕੋਈ ਡਾਊਟ ਹੈ ਉਹ ਵੀ ਕਲੀਅਰ ਕਰ ਸਕਦੇ ਹੋ। ਐਂਡ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ। ਠੀਕ ਹੈ ਜੀ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਗਰ ਚੈਨਲ 'ਤੇ ਨਿਊ ਹੋ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਮਿਲਦੀਆਂ ਰਹਿਣ ਟਾਈਮ ਟੂ ਟਾਈਮ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ, ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦੂੰਗੀ, ਉਸ ਦਾ ਕੀਤਾ ਵੀ ਹੋਇਆ ਕਾਫੀ ਸਾਰੀ ਵੀਡੀਓਜ਼ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ ਸੋ ਮਚ। ਪਲੀਜ਼ ਮੈਨੂੰ ਜ਼ਰੂਰ ਦੱਸਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਥੈਂਕ ਯੂ।